ਗੁਰੂ ਰੂਪ ਸਾਧ ਸੰਗਤ ਜੀਓ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਸਤਵੀਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ 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 ਵਧਾਈ ਹੋਵੇ ਜੀ। ਸਿਮਰੋ ਸ੍ਰੀ ਹਰਿ ਰਾਏ, ਸਿਮਰੋ ਸ੍ਰੀ ਹਰਿ ਰਾਏ, ਸਿਮਰੋ ਸ੍ਰੀ ਹਰਿ ਰਾਏ, ਸਿਮਰੋ ਸ੍ਰੀ ਹਰਿ ਰਾਏ। ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਜੀ, ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਜੀ, ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਜੀ, ਧੰਨ ਧੰਨ ਸ੍ਰੀ ਹਰਿ ਰਾਏ ਜੀ। ਸਿਮਰੋ ਸ੍ਰੀ ਹਰਿ ਰਾਏ, ਸਿਮਰੋ ਸ੍ਰੀ ਹਰਿ ਰਾਏ, ਸਿਮਰੋ ਸ੍ਰੀ ਹਰਿ ਰਾਏ, ਸਿਮਰੋ ਸ੍ਰੀ ਹਰਿ ਰਾਏ। ਕਿਸੇ ਵੀ ਗੁਰੂ ਸਾਹਿਬਾਨ ਦੇ ਪ੍ਰਕਾਸ਼ ਉਤਸਵ ਮਨਾਉਣ ਦਾ ਅਸਲ ਪਰਪਸ ਇਹ ਹੁੰਦਾ ਹੈ ਕਿ ਉਹਨਾਂ ਦੇ ਜੀਵਨ ਦੇ ਬਾਰੇ ਕੁਝ ਜਾਣਕਾਰੀ ਪ੍ਰਾਪਤ ਕੀਤੀ ਜਾਏ ਔਰ ਉਸ ਦੇ ਵਿੱਚੋਂ ਕੁਝ ਸਿੱਖਿਆ ਆਪਣੇ ਜੀਵਨ ਵਿੱਚ ਉਤਾਰੀ ਜਾਏ। ਕੁਝ ਅੱਛੀਆਂ ਗੱਲਾਂ ਜਿਹੜੀਆਂ ਉਹ ਨੋਟ ਕੀਤੀਆਂ ਜਾਣ। ਸੋ ਅੱਜ ਅਸੀਂ ਗੱਲ ਕਰਨੀ ਹੈ ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ, ਜਿਹੜੇ ਕਿ 7ਵੀਂ ਪਾਤਸ਼ਾਹੀ ਸਨ, ਉਹਨਾਂ ਦੇ ਬਾਰੇ, ਉਹਨਾਂ ਦੇ ਜਨਮ, ਬਚਪਨ ਔਰ ਉਹਨਾਂ ਦੀਆਂ ਸਿੱਖਿਆਵਾਂ ਦੇ ਬਾਰੇ ਵਿੱਚ। ਸੋ ਉਹਨਾਂ ਦੇ ਜਨਮ ਦੇ ਬਾਰੇ, ਉਹਨਾਂ ਦਾ ਜਨਮ ਹੋਇਆ ਬਾਬਾ ਗੁਰਦਿੱਤਾ ਜੀ ਦੇ ਘਰ, ਮਾਤਾ ਨਿਹਾਲ ਕੌਰ ਦੇ ਘਰ, ਜਿਹੜੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਸਨ। ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਸਨ। ਸੋ ਉਹਨਾਂ ਦੇ ਘਰ ਪ੍ਰਕਾਸ਼ ਹੋਇਆ ਗੁਰੂ ਹਰਿ ਰਾਏ ਸਾਹਿਬ ਜੀ ਦਾ। ਸੋ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਖਬਰ ਮਿਲੀ ਤਾਂ ਉਹ ਅੰਮ੍ਰਿਤਸਰ ਤੋਂ ਚੱਲ ਪਏ ਅਤੇ ਉਹਨਾਂ ਨੇ ਕਿਹਾ ਜਾ ਕੇ ਬਾਲਕ ਦੇ ਦਰਸ਼ਨ ਕਰੀਏ। ਸੋ ਬੜੀਆਂ ਖੁਸ਼ੀਆਂ ਸਨ, ਰਸਤੇ ਵਿੱਚ ਖੁਸ਼ੀਆਂ ਵੰਡਦੇ, ਰਸਤੇ ਵਿੱਚ ਦਾਨ ਦਿੰਦੇ, ਰਸਤੇ 'ਚ ਵਧਾਈਆਂ ਲੈਂਦੇ। ਜਦੋਂ ਬੱਚੇ ਦੇ ਕੋਲ ਪਹੁੰਚੇ ਅਤੇ ਬਾਲਕ ਨੂੰ ਗੋਦੀ ਵਿੱਚ ਚੁੱਕਿਆ, ਗੋਦੀ ਵਿੱਚ ਚੁੱਕ ਕੇ ਅਤੇ ਅਚਾਨਕ ਮੂੰਹ ਚੁੱਕ ਕੇ ਨਿਕਲਿਆ, ਨਿਰਭਉ ਨਿਰਵੈਰ ਹੋਏਗਾ। ਇਹ ਦੋ ਸ਼ਬਦ ਜਿਹੜੇ ਉਹਨਾਂ ਨੇ ਬੋਲੇ, ਨਿਰਭਉ ਅਤੇ ਨਿਰਵੈਰ, ਇਹ ਗੋਦੀ ਚੁੱਕਦਿਆਂ ਹੀ ਜਦ ਇਹ ਬੋਲਿਆ, ਉਹ ਸੱਚਮੁੱਚ ਹੀ ਜਦੋਂ ਅਸੀਂ ਗੁਰੂ ਹਰਿ ਰਾਏ ਸਾਹਿਬ ਜੀ ਦਾ ਜੀਵਨ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਜਾਂ ਉਸ ਦਾ ਵਰਣਨ ਕਰਦੇ ਹਾਂ ਅਤੇ ਉਹ ਵਾਕਈ ਨਿਰਭਉ ਅਤੇ ਨਿਰਵੈਰ ਹੀ ਸਾਬਤ ਹੋਏ। ਨਿਰਭਉ ਨਿਰਵੈਰ ਦੀ ਪ੍ਰਤੱਖ ਮੂਰਤ ਬਣ ਕੇ ਉਭਰੇ। ਉਹਨਾਂ ਨੇ ਆਪਣੇ ਜੀਵਨ ਵਿੱਚ ਫੌਜਾਂ ਵੀ ਰੱਖੀਆਂ, ਕਿਲੇ ਵੀ ਉਸਾਰੇ, ਨਗਾਰੇ ਵਜਾਏ, ਝੰਡੇ ਝੁਲਾਏ ਔਰ ਜ਼ੁਲਮ ਤੋਂ ਸਤਾਏ ਹੋਏ ਲੋਕਾਂ ਨੂੰ ਆਪਣੇ ਕੋਲ ਪਨਾਹ ਵੀ ਦਿੱਤੀ। ਲੇਕਿਨ ਅੰਦਰੋਂ ਦਿਲ ਦੇ ਵਿੱਚ ਉਹ ਕੀ ਸਨ? ਦਇਆ ਦੇ ਸਮੁੰਦਰ, ਗਰੀਬ ਪਰਵਰ, ਆਪਣੇ ਗੁਰਸਿੱਖਾਂ ਨੂੰ ਪਿਆਰ ਕਰਨ ਵਾਲੇ। ਸੋ ਇਸ ਤਰੀਕੇ ਨਾਲ ਉਹ ਨਿਰਭਉ ਅਤੇ ਨਿਰਵੈਰ ਨੂੰ ਉਹਨਾਂ ਨੇ ਸਾਰਥਕ ਕੀਤਾ ਕਿ ਉਹ ਕਿਸੇ ਕੋਲੋਂ ਡਰਦੇ ਨਹੀਂ ਸੀ, ਭਉ ਨਹੀਂ ਸੀ ਕਿਸੇ ਦੇ ਅੰਦਰ, ਬੜੇ ਬਹਾਦਰ ਸਨ, ਲੇਕਿਨ ਕਿਸੇ ਦੇ ਨਾਲ ਵੈਰ ਵੀ ਨਹੀਂ ਰੱਖਦੇ ਸਨ। ਖੈਰ, ਬਚਪਨ ਦੇ ਵਿੱਚ ਦਾਦਾ ਜੀ ਦੀ ਸੰਗਤ ਉਹਨਾਂ ਨੂੰ ਸਭ ਤੋਂ ਜ਼ਿਆਦਾ ਮਿਲੀ। ਦਾਦਾ ਜੀ ਦੇ ਅੰਗ ਸੰਗ ਰਹਿੰਦੇ ਸਨ, ਹਰ ਵਕਤ ਦਾਦਾ ਜੀ ਦੇ ਨਾਲ ਹੀ ਰਹਿੰਦੇ ਸਨ, ਉਂਗਲੀ ਪਕੜ ਕੇ। ਜਿਸ ਤਰ੍ਹਾਂ ਸਾਡੇ ਘਰਾਂ ਵਿੱਚ ਵੀ ਦੇਖੋ ਕਿ ਕੋਈ ਬੱਚਾ ਐਸਾ ਹੁੰਦਾ ਹੈ ਜਿਹੜਾ ਕਿ ਬਜ਼ੁਰਗਾਂ ਦਾ ਬੜਾ ਫੇਵਰੇਟ ਹੁੰਦਾ ਹੈ। ਸੋ ਉਹ ਹਰ ਵਕਤ ਦਾਦਾ ਜੀ ਦੀ ਉਂਗਲੀ ਫੜ ਕੇ ਹੀ ਉਹਨਾਂ ਦੇ ਨਾਲ ਚੱਲਦੇ ਰਹਿੰਦੇ ਸਨ ਔਰ ਇਸ ਤਰੀਕੇ ਦੇ ਨਾਲ ਉਹ ਉਹਨਾਂ ਦੇ ਬੜੇ ਹੀ ਨਿਕਟਵਰਤੀ ਹੋ ਗਏ, ਬੜੇ ਫੇਵਰੇਟ ਹੋ ਗਏ, ਬੜੇ ਨਿਕਟਵਰਤੀ ਹੋ ਗਏ। ਔਰ ਉਹਨਾਂ ਦੇ ਦਾਦਾ ਜੀ ਦੀ ਸੰਗਤ ਵਿੱਚ ਰਹਿਣ ਕਰਕੇ ਬਚਪਨ ਵਿੱਚ ਹੀ, ਬਹੁਤ ਛੋਟੀ ਉਮਰ ਵਿੱਚ ਹੀ ਬਹੁਤ ਸਾਰੀ ਗੁਰਬਾਣੀ ਉਹਨਾਂ ਨੇ ਯਾਦ ਕਰ ਲਈ। ਔਰ ਦੂਸਰੀ ਗੱਲ ਕਿ ਦਾਦਾ ਜੀ ਵਾਲੇ ਸਾਰੇ ਗੁਣ, ਨਿਮਰਤਾ, ਦਲੇਰੀ, ਸੰਜਮ ਔਰ ਬਹਾਦਰੀ, ਔਰ ਇਹ ਸਭ ਚੀਜ਼ਾਂ ਉਹਨਾਂ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ। ਦਾਦਾ ਜੀ ਨੇ ਉਹਨਾਂ ਨੂੰ ਸ਼ਸਤਰ ਵਿੱਦਿਆ ਅਤੇ ਘੋੜ ਸਵਾਰੀ ਵੀ ਸਿਖਾਈ, ਸ਼ਿਕਾਰ ਖੇਡਣ ਨਾਲ ਲੈ ਜਾਂਦੇ ਸਨ। ਸੋ ਇਸ ਤਰੀਕੇ ਨਾਲ ਉਹ ਗੁਣਾਂ ਦੇ ਧਾਰਨੀ ਹੁੰਦੇ ਗਏ ਔਰ ਅੰਦਰੋਂ ਦਿਲੋਂ ਬਹੁਤ ਹਿਰਦਾ ਬਹੁਤ ਕੋਮਲ ਸੀ। ਉਹ ਕੁਦਰਤ ਦੇ ਨਾਲ ਪ੍ਰੇਮ ਕਰਨ ਵਾਲੇ ਸਨ। ਕੁਦਰਤ ਦੇ ਨਾਲ, ਇੱਕ ਇੱਕ ਫੁੱਲ ਪੱਤੇ ਨਾਲ, ਪੇੜ ਨਾਲ, ਪੌਦਿਆਂ ਨਾਲ ਉਹ ਬਹੁਤ ਹੀ ਜ਼ਿਆਦਾ ਪ੍ਰੇਮ ਕਰਦੇ ਸਨ। ਦਾਦਾ ਜੀ ਦੇ ਨਾਲ
रोज़ सैर करन जाते सन। सैर करते करते एक बारी की होया कि लंबा चोला पा रखिया सी और चोले दे नाल अड़ के कुछ फूल टुट गए। ਜਦੋਂ फूल टुट गए तो महाराज ने दादा जी ने उन्होंने एक बड़ी वड्डी सिक्ख्या दित्ती। सिक्ख्या की दित्ती कि जे वड्डे चोले पाने हैं, जे धार्मिक लिबास पाना है तो फिर सानू अपने दामन नू संकोच के चलना पेगा, अपना दामन संभाल के चलना पेगा। ये नहीं कि जिथों लंघते जाइए तो फूल जड़े वो टुटते जान, क्योंकि टहनी तो टुटिया होया फुल कभी वापस जुड़ नहीं सकता। दुनिया की कोई साइंस अज तक ऐसी नहीं हुई कि उस फुल नू दोबारा वो टहनी के नाल जोड़ ले और वो फुल दोबारा खिड़ जाए। एक पत्ता भी अगर गिर जाता है और वो पत्ते नू भी किसी भी तरीके सुई धागे नाल, किसी सोल्यूशन नाल, किसी भी तरीके नाल, कोई ऑपरेशन करके, कोई दवाई दे के उस पत्ते नू वापस जोड़िया नहीं जा सकता। सो महाराज ने ये सिक्ख्या दी कि ये फुल जो है बेवकत अपनी टहनी नाल टुट गया तो इन्हां चीज़ों का सानू ध्यान रखना पेगा, क्योंकि दामन संकोच के चलांगे तो साडा काम की है, साडा काम तोड़ना नहीं है, साडा काम जोड़ना है। इस दे विच एक होर बड़ी वड्डी सिक्ख्या दे रहे सन कि रब तो टुटे हुए बंदे नू भी रब नाल जोड़ना साडा काम है। जिहड़ा बंदा रब तो टुट गया उसनू भी रब नाल जोड़ना साडा काम है। और ये पॉसीबल है, फुल का जुड़ना पॉसीबल नहीं, लेकिन रब तो जिहड़ा टुट गया वो अगर अच्छी संगत विच आ जाएगा तो हो सकता है कि वो अपनी मेहनत नाल, अपने सिमरन नाल, अपनी भगती नाल वो फिर मुड़ के रब कोल जुड़ जाए। सो इस तरह छोटी छोटी गल्लां विचों दादा जी उन्होंने सिक्ख्या देंदे सन और उन्होंनी पर्सनैलिटी इस किस्म की हो गई कि उन्होंने सारे गुणों को देखते हुए दादा जी ने एक दिन फैसला कर लिया कि अगली गुरगद्दी की बख्शिश जी है वो गुरु हरराय जी होएगी। उन्होंने अपना अंत समा जान के ये फैसला कर दिता, संगत विच ऐलान कर दिता कि गुरगद्दी जी है अगली 7वीं पातशाही वो कौन होएगा, गुरु हरराय साहब जी। दादा जी ने गुरगद्दी किसनूं दित्ती, पोते नूं दित्ती, क्योंकि गुरगद्दी का क्राइटेरिया, कोई रिश्ता, कोई उम्र बिल्कुल नहीं। छोटी उम्र मिल सकती है, बड़ी उम्र मिल सकती है, भरा नूं मिल सकती है, पुत्र नूं मिल सकती है और सेवक नूं मिल सकती है। सो इस हुक्म के उत्ते चलते हुए महाराज जी ने की किया कि गुरगद्दी दे दी किसनूं, गुरु हरराय साहब जी नूं। गुरगद्दी देने समय उन्होंने एक दो हुक्म किए कि तुसी तैयारी रखनी है पर हमला कभी नहीं करना। हालांकि गुरु हरगोबिंद साहब ने अपनी जिंदगी में जंगां लड़ियां ने और उन्होंने कोल तैयारी पहले ही सी, कोड़े सन, कोड़ सवारी करने वाले कोड़ सवार सन, जो शस्त्र विद्या सी, उन्होंने को हथियार सन, उन्होंने को सब कुछ सी। सो महाराज ने हुक्म किया कि तुसी तैयारी पूरी रखनी है पर हमला नहीं करना, लेकिन जे कोई हमला करे तो उसका डट के मुकाबला करना है, उसका डट के जवाब देना है, इस करके हमेशा तैयार रहना। सो गुरु हरराय साहब जी ने उन्होंने हुक्म नूं हमेशा याद रखा। अपनी पूरी जिंदगी में उन्होंने कभी किसी के उपर भी हमला नहीं किया, हालांकि उन्होंने मुकाबला करने की भी लोड़ नहीं पई। सो अपने कोल 2200 घोड़े तो 2200 घोड़ सवार हमेशा तैयार रखते सन। घोड़ियां की पूरी मालिश होंदी सी, घोड़ियां नूं पूरी खुराक दी जाती सी। जिहड़े घोड़ सवार सन उन्होंने पूरी शस्त्र विद्या दी जाती सी कि किसी वक्त भी लोड़ पए तो वो अगों हमले नूं रोकण वास्ते तैयार हो जाण, मुकाबला करने वास्ते वो तैयार हो जाते सन। दूसरा हुक्म महाराज ने किया कि पंजाब तो बाहर हुक्मरानां दे सद्दे ते कदी नहीं जाना, कि राजे महाराजे बुलाणगे तो उन्होंने बुलाण ते पंजाब तो बाहर तुसीं नहीं जाना, तुसीं इत्थे ही रहना। सो महाराज ने दादा जी का हुक्म मन्निया और अपनी जिंदगी में वो बिल्कुल पंजाब तो बाहर दिल्ली तक नहीं आए, किसी राजे के सद्दे ते भी नहीं आए, किसी के कहण ते भी वो नहीं आए, लेकिन अपने आस पास ही सब जगह पर गुरमत का प्रचार वो करते रहे। सो वक्त ऐसा आया कि जदों दिल्ली के सद्दे के उत्ते उन्होंने सद्दा भेजा गया तो आओ आके साडे नाल गलबात करो, पर आप नहीं गए। पर संगत की सलाह नाल उन्होंने अपने वड्डे बेटे राम राय नूं भेजा, आप नहीं गए, क्योंकि गुरगद्दी तो बाद उन्होंने अपने दादा जी के दोनों हुक्म जिहड़े सन वो याद रखे। आप नहीं गए, अपने पुत्र नूं भेजा, वो अलग गल है, वो अलग साखी है, वो समा आन ते वो साखी भी अपना सांझी की जाएगी। सो पुत्र राम राय नूं भेज दिता पर आप नहीं गए। और गुरगद्दी की प्राप्ति तो बाद उन्होंने शस्त्र विद्या और घोड़ सवारां वाली गल जिहड़ी है वो जारी रखी, लेकिन सिक्खी का प्रचार बहुत ज़्यादा किया, बड़ी महान सेवा की, सिक्खी का प्रचार करते रहे और
ਉਹਨਾਂ ਨੇ ਕਈ ਚੀਜ਼ਾਂ ਐਸੀਆਂ ਨਵੀਆਂ ਇੰਟਰੋਡਿਊਸ ਕੀਤੀਆਂ ਜਿਹੜੀਆਂ ਕਿ ਪਹਿਲੇ ਸ਼ਾਇਦ ਨਹੀਂ ਸਨ। ਸੋ ਉਹਨਾਂ ਦੀ ਗੱਲ ਮੈਂ ਹੁਣੇ ਇਸ ਤੋਂ ਬਾਅਦ ਕਰਾਂਗੀ। ਗੁਰੂ ਹਰਰਾਏ ਸਾਹਿਬ ਜੀ ਨੇ ਸੰਗਤ ਦੇ ਨਾਲ ਇੱਕ ਹੋਰ ਬਹੁਤ ਵੱਡਾ ਵਿਚਾਰ ਜੋ ਹੈ ਉਹ ਸਾਂਝਾ ਕੀਤਾ ਕਿ ਗੁਰੂ ਘਰ ਦੇ ਵਿੱਚ ਮਨ ਦੇ ਰੋਗਾਂ ਨੂੰ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਮਨ ਦੇ ਰੋਗਾਂ ਨੂੰ ਠੀਕ ਕਰਨ ਵਾਸਤੇ ਗੁਰਬਾਣੀ ਹੈ। ਗੁਰਬਾਣੀ ਨਾਲ ਮਨ ਦੇ ਰੋਗ ਠੀਕ ਕੀਤੇ ਜਾ ਸਕਦੇ ਹਨ, ਪਰ ਤਨ ਦੇ ਰੋਗਾਂ ਨੂੰ ਦੂਰ ਕਰਨ ਵਾਸਤੇ ਦਵਾਈ ਵੀ ਗੁਰੂ ਘਰ 'ਚੋਂ ਮਿਲਣੀ ਚਾਹੀਦੀ ਹੈ। ਸੋ ਅੱਜ ਅਸੀਂ ਦੇਖਦੇ ਹਾਂ ਹਰ ਗੁਰਦੁਆਰੇ ਦੇ ਅੰਦਰ, ਚਾਹੇ ਕਿਤਨਾ ਵੀ ਛੋਟੇ ਸ਼ਹਿਰ ਵਿੱਚ ਹੈ, ਚਾਹੇ ਕਿੰਨੇ ਵੱਡੇ ਸ਼ਹਿਰ ਵਿੱਚ ਹੈ, ਹਰ ਗੁਰਦੁਆਰੇ ਦੇ ਅੰਦਰ ਕੋਈ ਨਾ ਕੋਈ ਡਿਸਪੈਂਸਰੀ, ਕੋਈ ਨਾ ਕੋਈ ਡਾਕਟਰ, ਕੋਈ ਨਾ ਕੋਈ ਦਵਾਈ ਦੇਣ ਦਾ ਇੰਤਜ਼ਾਮ ਉਹ ਹੁੰਦਾ ਹੈ। ਔਰ ਇਹ ਕਿਸ ਦੀ ਬਰਕਤ ਹੈ, ਕਿਸ ਦੀ ਮਿਹਰਬਾਨੀ ਹੈ? ਇਹ ਗੁਰੂ ਹਰਰਾਏ ਸਾਹਿਬ ਜੀ ਦੀ ਮਿਹਰਬਾਨੀ ਹੈ। ਸੋ ਉਹਨਾਂ ਦਾ ਇਹ ਵਿਚਾਰ ਅੱਗੇ ਜਾ ਕੇ ਬਹੁਤ ਵੱਡਾ ਬਣਿਆ। ਅੱਜ ਅਸੀਂ ਬੜੇ ਵੱਡੇ ਹਸਪੀਟਲ, ਬੜੇ ਵੱਡੇ ਡਿਸਪੈਂਸਰੀਆਂ ਗੁਰਦੁਆਰਿਆਂ 'ਚ ਬਣੀਆਂ ਦੇਖਦੇ ਹਾਂ। ਸੋ ਉਹਨਾਂ ਨੇ ਕੀ ਕੀਤਾ ਕਿ ਕੁਦਰਤ ਨਾਲ ਪਿਆਰ ਤਾਂ ਉਹਨਾਂ ਨੂੰ ਹੈ ਹੀ ਸੀ, ਪੇੜ ਪੌਦਿਆਂ ਦੀ ਨੌਲੇਜ ਵੀ ਉਹਨਾਂ ਨੂੰ ਸੀ। ਸੋ ਉਹਨਾਂ ਨੇ ਕੀ ਕੀਤਾ, ਆਪਣੇ ਆਸ-ਪਾਸ ਜਿਹੜੇ ਬਾਗ ਸਨ ਉਹਨਾਂ ਵਿੱਚ ਦਵਾਈਆਂ ਦੇ ਬੂਟੇ ਲਗਾਏ। ਦਵਾਈਆਂ ਦੇ ਬੂਟੇ ਲਗਵਾ ਕੇ ਔਰ ਉਸ ਦੇ ਵਿੱਚ ਬੜੀਆਂ ਰੇਅਰ ਦਵਾਈਆਂ ਜਿਹੜੀਆਂ ਸੀ ਉਹ ਉਹਨਾਂ ਬੂਟਿਆਂ 'ਚ ਉੱਗਦੀਆਂ ਸੀ। ਫਿਰ ਉਹਨਾਂ ਨੇ ਇੱਕ ਦਵਾਖਾਨਾ ਬਣਾਇਆ ਜਿਸ ਦੇ ਵਿੱਚ ਉਹ ਦਵਾਈਆਂ ਪ੍ਰੀਜ਼ਰਵ ਕਰਕੇ ਰੱਖੀਆਂ ਜਾਂਦੀਆਂ ਸੀ ਔਰ ਕੋਈ ਵੀ ਆਪਣੀ ਤਨ ਦਾ ਰੋਗ ਲੈ ਕੇ ਉੱਥੇ ਆਏ ਅਤੇ ਉਹਨਾਂ ਦਵਾਈਆਂ ਨਾਲ ਉਹਨਾਂ ਦਾ ਇਲਾਜ ਕੀਤਾ ਜਾਂਦਾ ਸੀ। ਪਰ ਨਾਲ ਹੀ ਇੱਕ ਉਹਨਾਂ ਨੇ ਬਹੁਤ ਵੱਡਾ ਹੁਕਮ ਕਰ ਦਿੱਤਾ ਕਿ ਦਵਾਈ ਲੈਣ ਜਿਹੜਾ ਆਏ ਉਸਨੂੰ ਰੱਬ ਦਾ ਰੂਪ ਸਮਝੋ। ਦਵਾਈ ਦੇਣ ਲੱਗਿਆਂ ਮਿੱਤਰ, ਦੁਸ਼ਮਣ, ਗਰੀਬ, ਅਮੀਰ, ਰਾਜਾ, ਰੰਕ ਆਦਿ ਵਿੱਚ ਫਰਕ ਨਹੀਂ ਕਰਨਾ। ਜੋ ਦਵਾਈ ਲੈਣ ਆਇਆ ਉਹ ਲੋੜਵੰਦ ਹੈ। ਗੁਰੂ ਘਰ ਦੇ ਵਿੱਚੋਂ ਜੇ ਉਸਨੂੰ ਦਵਾਈ ਮਿਲੇਗੀ, ਉਸਦਾ ਤਨ ਅਰੋਗ ਹੋ ਜਾਏਗਾ ਅਤੇ ਹੌਲੀ ਹੌਲੀ ਉਹ ਗੁਰੂ ਘਰ ਨਾਲ ਜੁੜੇਗਾ ਅਤੇ ਉਸਦਾ ਮਨ ਵੀ ਅਰੋਗ ਹੋ ਜਾਏਗਾ। ਸੋ ਇਹ ਸਿਰਫ ਉਹਨਾਂ ਨੇ ਕਿਹਾ ਹੀ ਨਹੀਂ, ਇਹ ਆਪਣੇ ਜੀਵਨ 'ਚ ਉਹਨਾਂ ਨੇ ਕਰਕੇ ਦਿਖਾਇਆ। ਕਰਕੇ ਕਿਸ ਤਰ੍ਹਾਂ ਦਿਖਾਇਆ? ਇੱਕ ਵਾਰੀ ਕੀ ਹੋਇਆ ਕਿ ਰਾਜ ਤਾਂ ਔਰੰਗਜ਼ੇਬ ਦਾ ਸੀ ਅਤੇ ਔਰੰਗਜ਼ੇਬ ਨੂੰ ਆਪਣੀ ਰਾਜਗੱਦੀ ਬਚਾਉਣ ਵਾਸਤੇ ਉਸਨੇ ਕਿਸੇ ਦਾ ਲਿਹਾਜ਼ ਨਹੀਂ ਕੀਤਾ। ਉਹਨੇ ਭਰਾਵਾਂ ਨੂੰ ਮਰਵਾ ਦਿੱਤਾ, ਉਸਨੇ ਪਿਤਾ ਨੂੰ ਕੈਦ ਕਰ ਦਿੱਤਾ। ਉਸਨੂੰ ਜਿਹਦੇ ਕੋਲੋਂ ਵੀ ਖਤਰਾ ਲੱਗਦਾ ਸੀ ਕਿ ਇਹ ਮੇਰੀ ਗੱਦੀ ਨਾ ਲੈ ਲਏ, ਇਹ ਮੇਰੀ ਰਾਜਗੱਦੀ ਮੇਰੇ ਕੋਲ ਖੋਹ ਨਾ ਲਏ, ਇਹ ਬਗਾਵਤ ਨਾ ਕਰ ਲਏ। ਸੋ ਆਪਣੀ ਫੈਮਿਲੀ ਦੇ ਸਭ ਲੋਕਾਂ ਨੂੰ ਉਸਨੇ ਬਹੁਤ ਜ਼ਿਆਦਾ ਤੰਗ ਕੀਤਾ। ਅਤੇ ਇੱਕ ਭਰਾ ਸੀ ਜਿਸ ਦਾ ਨਾਂ ਸੀ ਦਾਰਾ ਸ਼ਿਕੋ ਤੋਂ ਉਸਨੂੰ ਕੁਝ ਖਤਰਾ ਇਹ ਲੱਗਿਆ ਕਿ ਇਹ ਬਗਾਵਤ ਕਰਕੇ ਅਤੇ ਮੇਰੀ ਗੱਦੀ ਖੋਹ ਲਏਗਾ। ਤਾਂ ਉਸਨੇ ਮਨ ਵਿੱਚ ਸੋਚਿਆ ਕਿ ਕਿਉਂ ਨਾ ਇਸਨੂੰ ਖਤਮ ਹੀ ਕਰਾ ਦਿੱਤਾ ਜਾਏ, ਇਸਨੂੰ ਮਰਵਾ ਦਿੱਤਾ ਜਾਏ। ਇੱਕ ਦਿਨ ਕੀ ਹੋਇਆ ਕਿ ਇੱਕ ਬੰਦਾ ਸ਼ੇਰ ਦਾ ਸ਼ਿਕਾਰ ਕਰਕੇ ਉਸ ਸ਼ੇਰ ਨੂੰ ਚੁੱਕ ਕੇ ਅਤੇ ਔਰੰਗਜ਼ੇਬ ਦੇ ਸਾਹਮਣੇ ਲੈ ਕੇ ਆ ਗਿਆ ਇਨਾਮ ਲੈਣ ਵਾਸਤੇ। ਔਰੰਗਜ਼ੇਬ ਨੇ ਜਦੋਂ ਉਸਨੂੰ ਇਨਾਮ ਦਿੱਤਾ ਅਤੇ ਉਸਨੂੰ ਕਿਧਰੇ ਪੜ੍ਹੀ ਹੋਈ ਇੱਕ ਗੱਲ ਯਾਦ ਆ ਗਈ ਕਿ ਸ਼ੇਰ ਦੀ ਮੁੱਛ ਦਾ ਵਾਲ ਜੇ ਕਿਸੇ ਬੰਦੇ ਨੂੰ ਭੋਜਨ ਵਿੱਚ ਪਾ ਕੇ ਖਿਲਾ ਦਿੱਤਾ ਜਾਏ ਇੱਕ ਵਾਰੀ, ਅਤੇ ਉਹ ਬੰਦੇ ਨੂੰ ਉਸ ਤੋਂ ਬਾਅਦ ਕੋਈ ਚੀਜ਼ ਹਜ਼ਮ ਨਹੀਂ ਹੋ ਸਕਦੀ, ਪਾਣੀ ਵੀ ਹਜ਼ਮ ਨਹੀਂ ਹੋ ਸਕੇਗਾ ਔਰ ਹੌਲੀ ਹੌਲੀ ਕਰਦੇ ਜਦ ਉਹਦੇ ਅੰਦਰ ਕੁਛ ਨਹੀਂ ਜਾਏਗਾ ਤਾਂ ਬੰਦਾ ਆਪੇ ਹੀ ਮਰ ਜਾਏਗਾ। ਸੋ ਉਸਨੂੰ ਉਹ ਗੱਲ ਜਦੋਂ ਯਾਦ ਆ ਗਈ ਅਤੇ ਉਸਨੇ ਉਸ ਬੰਦੇ ਨੂੰ ਬਹੁਤ ਸਾਰਾ ਇਨਾਮ ਦੇ ਕੇ ਭੇਜ ਦਿੱਤਾ। ਸ਼ੇਰ ਨੂੰ ਆਪਣੇ ਕੋਲ ਰੱਖ ਲਿਆ ਅਤੇ ਆਪਣੇ ਬੰਦਿਆਂ ਨੂੰ ਕਹਿ ਕੇ ਸ਼ੇਰ ਦੀਆਂ ਮੁੱਛਾਂ ਕਟਵਾ ਲਈਆਂ। ਹੁਣ ਉਹ ਸ਼ੇਰ ਦੀ ਮੁੱਛ ਉਸਨੇ ਕੀ ਕੀਤਾ ਕਿ ਰਸੋਈਏ ਨੂੰ ਨਾਲ ਮਿਲਾਇਆ ਔਰ ਉਸਨੂੰ ਕਿਹਾ ਕਿ ਕਿਸੇ ਤਰੀਕੇ ਇਹ ਪੀਸ ਕੇ ਅਤੇ ਤੂੰ ਦਾਰਾ ਸ਼ਿਕੋ ਦੇ ਖਾਣੇ 'ਚ ਮਿਲਾ ਦੇ ਅਤੇ ਉਸਨੂੰ ਖਵਾ ਦੇ। ਔਰ ਵਾਕਈ ਉਸਦਾ ਇਹ ਫਾਰਮੂਲਾ ਜਿਹੜਾ ਸੀ ਉਹ ਠੀਕ ਹੋਇਆ। ਜਦੋਂ ਉਸਨੇ ਉਹ ਖਾਣਾ ਖਾਇਆ ਔਰ ਉਸ ਤੋਂ ਬਾਅਦ ਉਹ ਇਤਨਾ ਬਿਮਾਰ ਹੋਣ ਲੱਗ ਪਿਆ ਕਿ ਉਸਦੇ ਅੰਦਰ ਕੁਝ ਜਾਵੇ ਹੀ ਨਾ। ਅੰਦਰ ਜਦੋਂ ਇਨਟੇਕ ਬੰਦੇ ਦੀ ਖਤਮ ਹੋ ਜਾਏ ਅਤੇ ਹੌਲੀ ਹੌਲੀ ਕੀ ਹੁੰਦਾ, ਉਹ ਕਮਜ਼ੋਰ ਹੁੰਦਾ ਗਿਆ, ਬਿਲਕੁਲ ਮਰਨ ਹੋ ਗਿਆ। ਔਰ ਬੜੇ ਹਕੀਮ, ਬੜੇ ਡਾਕਟਰ ਬੁਲਾਏ ਗਏ, ਲੇਕਿਨ ਉਸ ਬੰਦੇ ਦਾ ਕੋਈ ਇਲਾਜ ਨਹੀਂ ਕਰ ਸਕਿਆ, ਦਾਰਾ ਸ਼ਿਕੋ ਦਾ ਇਲਾਜ ਨਹੀਂ ਕਰ ਸਕਿਆ। ਵਿੱਚੋਂ ਔਰੰਗਜ਼ੇਬ ਖੁਸ਼ ਸੀ ਕਿ ਜੋ ਮੈਂ ਆਪਣੀ ਜੁਗਤੀ ਲੜਾਈ ਹੈ ਉਹ ਸਕਸੈਸਫੁਲ ਹੋ ਗਈ ਹੈ, ਇਹ ਬੰਦਾ ਤਾਂ ਹੁਣ ਮਰ ਜਾਏਗਾ। ਲੇਕਿਨ ਮਾਂ ਸੀ ਨਾ, ਮਾਂ ਬਹੁਤ ਰੋਂਦੀ ਸੀ, ਬਹੁਤ ਪਰੇਸ਼ਾਨ ਹੁੰਦੀ ਸੀ ਕਿ ਮੇਰਾ ਬੱਚਾ ਇਸ ਤਰ੍ਹਾਂ ਬਿਨਾਂ ਖਾਧੇ ਪੀਤੇ ਕਮਜ਼ੋਰ ਹੋ ਕੇ ਇਸ ਤਰੀਕੇ ਨਾਲ ਇੱਕ ਦਿਨ ਤੋਂ ਬਾਅਦ ਮਰਦਾ ਜਾ ਰਿਹਾ ਸੀ ਅਤੇ ਇਸ ਦਾ ਇਲਾਜ ਜ਼ਰੂਰ ਹੋਣਾ ਚਾਹੀਦਾ। ਸੋ ਇੱਕ ਬੜੇ ਬਜ਼ੁਰਗ ਹਕੀਮ, ਬੜੇ ਮਸ਼ਹੂਰ ਸਕੀਮ, ਉਸ ਵਕਤ ਦੇ ਬੜੇ ਮਸ਼ਹੂਰ ਹਕੀਮ ਸਨ। ਉਹਨਾਂ ਨੇ ਕਿਹਾ ਕਿ ਹਾਂ ਇਸ ਚੀਜ਼ ਦਾ ਇਲਾਜ ਹੈ, ਕਿਉਂਕਿ ਬਾਕੀ ਤਾਂ ਸਾਰੇ ਜਵਾਬ ਦੇ ਚੁੱਕੇ ਸਨ ਕਿ ਇਸ ਬਿਮਾਰੀ ਦਾ ਕੋਈ ਇਲਾਜ ਹੈ ਹੀ ਨਹੀਂ। ਔਰ ਇਸ ਨੇ ਦਾਰਾ ਸ਼ਿਕੋ ਨੇ ਹੁਣ ਹੌਲੀ ਹੌਲੀ ਬਿਨਾਂ ਖਾਧੇ ਪੀਤੇ, ਬਿਨਾਂ ਕਮਜ਼ੋਰ, ਬਿਨਾਂ ਹੁੰਦੇ, ਬਿਨਾਂ ਕਿਸੇ ਰੋਗ ਦੇ ਵੀ ਅਤੇ ਹੌਲੀ ਹੌਲੀ ਮਰ ਜਾਏਗਾ। ਲੇਕਿਨ ਉਸ ਬਜ਼ੁਰਗ ਹਕੀਮ ਨੇ ਕਿਹਾ ਨਹੀਂ, ਮੇਰੇ ਕੋਲ ਇੱਕ ਦਵਾਈ ਹੈ, ਮੈਂ ਦਵਾਈ ਬਣਾ ਸਕਦਾ। ਮਾਤਾ ਜੀ ਬੜੇ ਖੁਸ਼ ਹੋ ਗਏ। ਉਹਨਾਂ ਦੀ ਮਾਂ ਜਿਹੜੀ ਸੀ ਦਾਰਾ ਸ਼ਿਕੋ ਦੀ ਮਾਂ, ਉਹ ਬੜੀ ਖੁਸ਼ ਹੋ ਗਈ। ਉਸਨੇ ਕਿਹਾ ਕੁਛ ਵੀ ਦਵਾਈ ਹੋਵੇ,
ਚਾਹੇ ਕਿੱਥੋਂ ਵੀ ਆਵੇ, ਚਾਹੇ ਕਿੰਨੀ ਮਹਿੰਗੀ ਆਏ, ਚਾਹੇ ਕੋਈ ਲਿਆਏ, ਉਹ ਦਵਾਈ ਤੁਸੀਂ ਦੱਸੋ ਅਤੇ ਮੇਰੇ ਪੁੱਤਰ ਦਾ ਇਲਾਜ ਕਰੋ। ਸੋ ਉਸ ਹਕੀਮ ਨੇ ਦਵਾਈ ਲਿਖ ਕੇ ਦਿੱਤੀ ਕਿ ਮੈਨੂੰ 3 ਚੀਜ਼ਾਂ ਚਾਹੀਦੀਆਂ ਨੇ। ਕਿਹੜੀਆਂ 3 ਚੀਜ਼ਾਂ ਚਾਹੀਦੀਆਂ ਨੇ? ਚੀਜ਼ਾਂ ਤਾਂ ਬੜੀਆਂ ਸਿੰਪਲ ਸਨ, ਲੇਕਿਨ ਉਹ ਆਮ ਮਿਲਦੀਆਂ ਨਹੀਂ ਸਨ। ਕਿ ਇੱਕ ਲੌਂਗ ਚਾਹੀਦਾ ਜਿਸ ਦਾ ਵਜ਼ਨ 1 ਮਾਸਾ ਹੋਵੇ, 1 ਮਾਸੇ ਦਾ ਲੌਂਗ, ਅਤੇ 14 ਸਿਰਸਾਈ ਦੀ ਹਰੜ, ਇੱਕ ਹਰੜ ਚਾਹੀਦੀ ਹੈ। ਹਰੜ ਸਭ ਨੂੰ ਪਤਾ ਕਿ ਹਰੜ ਜਿਹੜੀ ਹੈ ਉਹ ਛੋਟੀ ਛੋਟੀਆਂ ਹੁੰਦੀਆਂ ਨੇ, ਲੇਕਿਨ ਐਗਜ਼ੈਕਟ ਉਹਨੂੰ ਉਨੇ ਵਜ਼ਨ ਦੀ ਚਾਹੀਦੀ ਸੀ। 14 ਸਿਰਸਾਈ ਦੀ ਹਰੜ ਚਾਹੀਦੀ ਹੈ। ਔਰ ਇੱਕ ਗੱਜ ਮੋਤੀ ਚਾਹੀਦਾ। ਗੱਜ ਮੋਤੀ ਦਾ ਮਤਲਬ, ਗੱਜ ਦਾ ਮਤਲਬ ਹਾਥੀ, ਔਰ ਹਾਥੀ ਦੇ ਮਸਤਕ ਵਿੱਚ ਇੱਕ ਮੋਤੀ ਵਰਗੀ ਚੀਜ਼ ਹੁੰਦੀ ਹੈ ਗੋਲ। ਹਰ ਹਾਥੀ ਦੇ ਕੋਲ ਨਹੀਂ ਹੁੰਦੀ, ਬੜੇ ਬੜੇ ਰੇਅਰ ਕਿਸੇ ਕਿਸੇ ਹਾਥੀ ਦੇ ਮੱਥੇ 'ਚ ਉਹ ਚੀਜ਼ ਹੁੰਦੀ। ਜਿਸ ਤਰ੍ਹਾਂ ਹਰ ਸੱਪ ਦੇ ਕੋਲ ਮਣੀ ਨਹੀਂ ਹੁੰਦੀ, ਮਣੀ ਹੁੰਦੀ ਹੈ ਲੇਕਿਨ ਵਿਰਲੇ ਵਿਰਲੇ ਕਿਸੇ ਸੱਪ ਦੇ ਕੋਲ ਹੁੰਦੀ ਹੈ, ਹਰ ਸੱਪ ਦੇ ਕੋਲ ਮਣੀ ਨਹੀਂ ਹੁੰਦੀ। ਇਸੇ ਤਰ੍ਹਾਂ ਹਰ ਹਾਥੀ ਦੇ ਕੋਲ ਮੋਤੀ ਉਹ ਵਾਲਾ ਮੱਥੇ ਵਿੱਚ ਨਹੀਂ ਹੁੰਦਾ। ਮੱਥੇ ਵਿੱਚ ਜਿਸ ਤਰ੍ਹਾਂ ਅਸੀਂ ਲੋਕ ਇਸਤਰੀਆਂ ਜਿਹੜੀਆਂ ਨੇ ਬਿੰਦੀ ਲਗਾਉਂਦੀਆਂ ਨੇ, ਉਸ ਜਗ੍ਹਾ 'ਤੇ, ਬਿੰਦੀ ਵਾਲੀ ਜਗ੍ਹਾ 'ਤੇ ਇੱਕ ਗੋਲ ਜਿਹੀ ਚੀਜ਼ ਹਾਥੀ ਦੇ ਅੰਦਰ ਹੁੰਦੀ ਸੀ ਜਿਹੜੀ ਕਿ ਦਵਾਈ ਦਾ ਕੰਮ ਕਰਦੀ ਸੀ। ਸੋ ਉਸਨੇ ਕਿਹਾ ਮੈਨੂੰ ਉਹ ਗੱਜ ਮੋਤੀ ਮੰਗਾ ਕੇ ਦਿਓ, ਇੱਕ ਹਰੜ, ਇੱਕ ਲੌਂਗ, ਇੱਕ ਗੱਜ ਮੋਤੀ ਮੈਨੂੰ ਮੰਗਾ ਕੇ ਦਿਓ ਅਤੇ ਮੈਂ ਇਸਦਾ ਇਲਾਜ ਕਰਾਂਗਾ। ਹੁਣ ਇਹ ਦਵਾਈਆਂ ਢੂੰਢਣ ਲੱਗੇ ਅਤੇ ਦਵਾਈਆਂ ਐਗਜ਼ੈਕਟ ਜੋ ਚਾਹੁੰਦਾ ਸੀ ਉਹ ਮਿਲਣ ਹੀ ਨਾ। ਸਾਰੇ ਜਗ੍ਹਾ 'ਤੇ ਉਹਨਾਂ ਨੇ ਢਿਡੋਰੇ ਪਿਟਵਾ ਦਿੱਤੇ, ਲੇਕਿਨ ਦਵਾਈਆਂ ਨਹੀਂ ਮਿਲੀਆਂ। ਫਿਰ ਉਸ ਬਜ਼ੁਰਗ ਹਕੀਮ ਨੇ ਕਿਹਾ ਕਿ ਇਹ ਦਵਾਈ ਜਿਹੜੀ ਤੁਹਾਨੂੰ ਕਿਤੋਂ ਨਹੀਂ ਮਿਲੇਗੀ, ਇਹ ਤੁਹਾਨੂੰ ਗੁਰੂ ਹਰਿਰਾਏ ਸਾਹਿਬ ਜੀ ਕੋਲ ਮਿਲੇਗੀ, ਉੱਥੋਂ ਮਿਲੇਗੀ। ਹੁਣ ਉੱਥੇ ਇਹ ਕਿ ਸ਼ਾਹੀ ਦਰਬਾਰ ਦੇ ਵਿੱਚੋਂ ਗੁਰੂ ਹਰਿਰਾਏ ਸਾਹਿਬ ਜੀ ਕੋਲ ਜਾਵੇ ਕੌਣ ਮੰਗਣ ਵਾਸਤੇ? ਸ਼ਰਮ ਆਏ ਇਸ ਗੱਲ ਦੇ ਉੱਤੇ ਕਿ ਇਹਨਾਂ ਦੇ ਵੱਡੇ ਵਡੇਰਿਆਂ ਦੇ ਉੱਪਰ ਅਸੀਂ ਇੰਨੇ ਜ਼ੁਲਮ ਕੀਤੇ, ਇੰਨੇ ਤਸੀਹੇ ਦਿੱਤੇ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਔਰ ਇਹਨਾਂ ਦੇ ਨਾਲ ਹਮੇਸ਼ਾ ਤੋਂ ਸਾਡੀ ਦੁਸ਼ਮਣੀ ਚੱਲ ਰਹੀ ਹੈ ਅਤੇ ਅਸੀਂ ਦਵਾਈ ਲੈਣ ਕਿਸ ਤਰ੍ਹਾਂ ਜਾਈਏ? ਲੇਕਿਨ ਉਹ ਬਜ਼ੁਰਗ ਜਿਹੜਾ ਸੀ ਉਹ ਰੱਬ ਦੇ ਡਰ ਵਾਲਾ ਸੀ ਔਰ ਅੰਦਰੋਂ ਅੰਦਰ ਉਹ ਗੁਰੂ ਘਰ ਦਾ ਪ੍ਰੇਮੀ ਸੀ। ਉਸਨੇ ਕਿਹਾ ਨਹੀਂ, ਗੁਰੂ ਘਰ ਵਿੱਚ ਇਹ ਗੱਲ ਕਦੇ ਹੋ ਨਹੀਂ ਸਕਦੀ, ਗੁਰੂ ਹਰਿਰਾਏ ਸਾਹਿਬ ਜੀ ਕਦੀ ਮਨਾ ਨਹੀਂ ਕਰਨਗੇ, ਤੁਸੀਂ ਬੇਸ਼ੱਕ ਕੋਸ਼ਿਸ਼ ਕਰਕੇ ਦੇਖ ਲਓ। ਸੋ ਜਦ ਬੰਦੇ ਨੂੰ ਭੇਜਿਆ ਗਿਆ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲ ਪਹੁੰਚਿਆ ਅਤੇ ਗੁਰੂ ਹਰਿਰਾਏ ਸਾਹਿਬ ਜੀ ਜਿਹੜੀ ਗੱਲ ਦਾ ਪ੍ਰਚਾਰ ਕਰਦੇ ਸਨ ਉਸ ਗੱਲ ਨੂੰ ਉਹਨਾਂ ਨੇ ਖੁਦ ਆਪਣੇ ਜੀਵਨ ਵਿੱਚ ਇਹ ਚੀਜ਼ ਕਰਕੇ ਦਿਖਾਈ। ਉਸ ਵਕਤ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਹ ਦੇਖੋ ਜੀ ਇਹ ਤਾਂ ਔਰੰਗਜ਼ੇਬ ਦੇ ਖਾਨਦਾਨ ਦਾ ਬੰਦਾ, ਮਰਦਾ ਤਾਂ ਮਰ ਜਾਂਦੇ ਹੋ, ਅਸੀਂ ਦਵਾਈ ਕਿਉਂ ਦਈਏ? ਬਿਲਕੁਲ ਨਹੀਂ। ਉਹ ਵਿਚਾਰੇ ਡਰ ਦੇ ਮਾਰੇ ਮੰਗਦੇ ਨਹੀਂ ਸੀ, ਕਿਉਂਕਿ ਉਹਨਾਂ ਦੇ ਆਪਣੀਆਂ ਕਰਤੂਤਾਂ ਜਿਹੜੀਆਂ ਸੀ ਉਹ ਸਾਹਮਣੇ ਯਾਦ ਆ ਰਹੀਆਂ ਸੀ। ਲੇਕਿਨ ਗੁਰੂ ਮਹਾਰਾਜ ਨੇ ਉਸ ਬੰਦੇ ਨੂੰ ਪੂਰੇ ਸਤਿਕਾਰ ਨਾਲ ਬਿਠਾਇਆ, ਸੇਵਕਾਂ ਨੂੰ ਕਿਹਾ ਜੋ ਜੋ ਚੀਜ਼ ਇਹ ਕਹਿੰਦਾ ਇਸ ਨੂੰ ਦਵਾਖਾਨੇ ਵਿੱਚੋਂ ਕੱਢ ਕੇ ਦਿਓ। ਉਹ ਤਿੰਨੋਂ ਚੀਜ਼ਾਂ ਉੱਥੋਂ ਦਵਾਖਾਨੇ 'ਚੋਂ ਕੱਢ ਕੇ ਦਿੱਤੀਆਂ ਗਈਆਂ। ਉਹ ਲੈ ਕੇ ਚਲਾ ਗਿਆ, ਬਹੁਤ ਸ਼ੁਕਰੀਆ ਅਦਾ ਕੀਤਾ ਅਤੇ ਵਾਕਈ ਉਸ ਬਜ਼ੁਰਗ ਹਕੀਮ ਦਾ ਜਿਹੜਾ ਨੁਸਖਾ ਸੀ ਉਹ ਕੰਮ ਆ ਗਿਆ। ਔਰ ਹੌਲੀ ਹੌਲੀ ਕਰਕੇ ਫਿਰ ਕੀ ਹੋਇਆ ਕਿ ਉਹ ਦਵਾਈ ਦਿੱਤੀ ਗਈ ਔਰ ਉਸ ਦਵਾਈ ਦੇ ਨਾਲ ਕੁਝ ਸਮਾਂ ਪਾ ਕੇ ਉਹ ਦਾ ਸ਼ਿਕੋ ਜਿਹੜਾ ਸੀ ਬਿਲਕੁਲ ਠੀਕ ਹੋ ਗਿਆ। ਉਹ ਠੀਕ ਹੋ ਗਿਆ। ਉਹ ਤਾਂ ਹਮੇਸ਼ਾ ਲਈ ਗੁਰੂ ਮਹਾਰਾਜ ਦਾ ਮੁਰੀਦ ਬਣ ਗਿਆ ਔਰ ਗੁਰੂ ਮਹਾਰਾਜ ਦੇ ਅਸੂਲਾਂ ਤੋਂ ਉਹ ਬੜਾ ਹੀ ਪ੍ਰਭਾਵਿਤ ਹੋਇਆ ਕਿ ਦੇਖੋ ਇਹਨਾਂ ਨੇ ਬਿਲਕੁਲ ਇਸ ਗੱਲ ਦਾ ਧਿਆਨ ਨਹੀਂ ਕੀਤਾ ਕਿ ਅਸੀਂ ਇਹਨਾਂ ਨੂੰ ਦਵਾਈ ਨਹੀਂ ਦੇਣੀ। ਸੋ ਮਹਾਰਾਜ ਇਹੀ ਕਹਿੰਦੇ ਸਨ ਕਿ ਜਿਹੜਾ ਵੀ ਆਏ ਉਸਦੇ ਨਾਲ ਵਿਤਕਰਾ ਨਹੀਂ ਕਰਨਾ, ਦੁਸ਼ਮਣ ਹੈ ਕਿ ਦੋਸਤ ਹੈ। ਸੋ ਅੱਛਾ, ਇਸੀ ਤਰੀਕੇ ਨਾਲ ਇੱਕ ਰਾਜਾ ਸੀ ਜਿਸ ਦੀ ਕਿ ਨਾਲ ਹੀ ਇੱਕ ਰਿਆਸਤ ਸੀ। ਉਸ ਰਾਜੇ ਨੂੰ ਕੋਈ ਬੜੀ ਸਖਤ ਬਿਮਾਰੀ ਹੋ ਗਈ, ਚੋਲੇ ਦੀ ਬਿਮਾਰੀ ਉਹਨੂੰ ਕਹਿੰਦੇ ਸੀ। ਉਸ ਰਾਜੇ ਨੂੰ ਜਦੋਂ ਬਿਮਾਰੀ ਹੋ ਗਈ ਅਤੇ ਉਸ ਦਾ ਵੀ ਇਲਾਜ ਕਿਤੇ ਹੋ ਨਹੀਂ ਸਕਦਾ ਸੀ। ਉਸ ਦੀ ਰਾਣੀ ਗੁਰੂ ਘਰ ਦੀ ਪ੍ਰੇਮਣ ਸੀ। ਉਸਨੇ ਕਿਹਾ ਕਿ ਅਸੀਂ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲ ਚੱਲਾਂਗੇ ਔਰ ਉਹਨਾਂ ਦੇ ਦਵਾਖਾਨੇ ਵਿੱਚੋਂ ਇਲਾਜ ਕਰਾਵਾਂਗੇ ਅਤੇ ਤੁਸੀਂ ਠੀਕ ਹੋ ਜਾਓਗੇ। ਖੈਰ ਉਹ ਨਾ ਮੰਨਦਾ ਹੋਇਆ ਵੀ, ਕਿਉਂਕਿ ਉਹ ਰਾਜੇ ਨੂੰ ਤਾਂ ਵਿਸ਼ਵਾਸ ਸੀ ਨਹੀਂ, ਰਾਣੀ ਨੂੰ ਵਿਸ਼ਵਾਸ ਸੀ। ਉਹ ਰਾਣੀ ਨੂੰ ਲੈ ਕੇ ਆਈ ਅਤੇ ਉਹ ਬੰਦਾ ਪਾਇਆ ਗੁਰੂ ਹਰਿਰਾਏ ਸਾਹਿਬ ਦੀ ਸ਼ਰਨ ਵਿੱਚ, ਇਲਾਜ ਕਰਾਇਆ, ਉਹ ਰਾਜਾ ਠੀਕ ਹੋ ਗਿਆ। ਔਰ ਨਾਲ ਨਾਲ ਮਹਾਰਾਜ ਜੀ ਕਹਿੰਦੇ ਸਨ ਕਿ ਤੁਸੀਂ ਇੱਥੇ ਰਹੋ, ਨਾਲ ਨਾਲ ਦਵਾਈ ਖਾਓ, ਨਾਲ ਨਾਲ ਸਤਨਾਮ ਵਾਹਿਗੁਰੂ ਬੋਲੋ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਨਾਲ ਨਾਲ ਨਾਮ ਵੀ ਜਪਾਉਂਦੇ ਸਨ। ਸੋ ਤਨ ਨੂੰ ਠੀਕ ਕਰਨ ਦੇ ਨਾਲ ਨਾਲ ਮਨ ਨੂੰ ਵੀ ਠੀਕ ਕਰਦੇ ਸਨ। ਸੋ ਉਹ ਦੋਨੋਂ ਬੰਦੇ ਹੀ ਗੁਰੂ ਮਹਾਰਾਜ ਦੇ ਸਿੱਖ ਸੇਵਕ ਬਣ ਗਏ। ਰਾਜਾ ਅਤੇ ਰਾਣੀ ਉਹ ਜਿੰਨਾ ਚਿਰ ਉੱਥੇ ਰਹੇ, ਰਾਣੀ ਲੰਗਰ ਦੇ ਵਿੱਚ ਜਾ ਕੇ ਭਾਂਡੇ ਮਾਂਜਦੀ ਰਹੀ, ਸੇਵਾ ਕਰਦੀ ਰਹੀ ਔਰ ਸ਼ੁਕਰਾਨਾ ਕਰਦੀ ਰਹੀ ਕਿ ਦੇਖੋ ਤੁਸੀਂ ਜਾਨ ਜਿਹੜੀ ਬਚਾ ਦਿੱਤੀ ਹੈ। ਸੋ ਮਹਾਰਾਜ ਨੇ ਜੋ ਕੁਝ ਕਿਹਾ ਉਹ ਕਰਕੇ ਵੀ ਦਿਖਾਇਆ ਔਰ ਕਿਤਨੀ ਵੱਡੀ ਇੱਕ ਪਰੰਪਰਾ ਸ਼ੁਰੂ ਕਰ ਦਿੱਤੀ ਕਿ ਗੁਰੂ ਘਰ ਵਿੱਚੋਂ ਮਨ ਦਾ ਇਲਾਜ ਹੋਵੇ ਅਤੇ ਨਾਲ ਨਾਲ ਤਨ ਦਾ ਇਲਾਜ ਵੀ ਹੋਵੇ। ਸੋ ਬਹੁਤ ਵੱਡੀ ਇਹ ਦੇਣ ਸੀ ਗੁਰੂ ਹਰਿਰਾਏ ਸਾਹਿਬ ਜੀ ਦੀ। ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਵਿੱਚੋਂ ਜ਼ਿਆਦਾ ਸਾਖੀਆਂ ਜਿਹੜੀਆਂ ਪ੍ਰਚਲਿਤ ਨਹੀਂ ਹਨ, ਪਰ ਉਹਨਾਂ ਦੇ ਜੀਵਨ ਵਿੱਚ ਬੜੇ ਵੱਡੇ ਵੱਡੇ ਕੰਮ ਕੀਤੇ ਹਨ। ਇਸ ਦਾ ਜ਼ਿਕਰ ਅਸੀਂ ਅੱਗੋਂ ਵੀ ਕਰਾਂਗੇ।
ਪਰ ਇੱਥੇ ਮੈਂ 1 ਮਿੰਟ ਰੁਕ ਕੇ ਤੇ ਸਵਾਲ ਪੁੱਛਣਾ ਚਾਹਾਂਗੀ ਕਿ ਗੁਰੂ ਹਰਰਾਏ ਸਾਹਿਬ ਜੀ ਦਾ ਉਹ ਦਵਾਖਾਨਾ ਜਿੱਥੋਂ ਰੇਅਰ ਦਵਾਈਆਂ ਮਿਲਦੀਆਂ ਸਨ, ਉਹ ਕਿਹੜੇ ਸ਼ਹਿਰ ਵਿੱਚ ਸੀ? ਉਸ ਸ਼ਹਿਰ ਦਾ ਨਾਮ ਦੱਸੋ। ਉਹ ਗੁਰੂ ਹਰਰਾਏ ਸਾਹਿਬ ਜੀ ਦਾ ਦਵਾਖਾਨਾ ਜਿੱਥੋਂ ਰੇਅਰ ਦਵਾਈਆਂ ਮਿਲਦੀਆਂ ਸਨ, ਉਹ ਦਵਾਖਾਨਾ ਕਿਹੜੇ ਸ਼ਹਿਰ ਵਿੱਚ ਸੀ? ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੈ, ਪਰ ਗੁਰੂ ਹਰਰਾਏ ਸਾਹਿਬ ਦੇ ਜੀਵਨ ਦੀਆਂ ਸਾਖੀਆਂ ਅੱਗੇ ਵੀ ਕੰਟੀਨਿਊ ਹੁੰਦੀਆਂ ਰਹਿਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।